ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰਾਂ ਟੌਪੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਅੱਜ ਅਹਿਮ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਨੇ। ਪਰਮਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਲੋਕਰਾਣਾ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਗੁਰਜਿੰਦਰ ਸਿੰਘ ਜੀ। ਪਰਮਿੰਦਰ ਜੀ, ਪਿਛਲੇ ਦਿਨੀ ਸਿੰਘੂ ਬਾਰਡਰ ਤੇ ਜੋ ਘਟਨਾ ਘਟੀ, ਉਹਨੂੰ ਲੈ ਕੇ ਹੁਣ ਪੰਜਾਬ ਦਾ ਪੂਰਾ ਰਾਜਨੀਤਿਕ ਬਿਰਤਾਂਤ ਵੀ ਸਿਰਜਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਹੋਇਆ ਸੀ, ਉਹਨਾਂ ਨੇ ਦਲਿਤ ਸ਼ਬਦ ਦੀ ਵਰਤੋਂ ਕਰਦੇ ਹੋਏ ਇੱਕ ਬੜਾ ਵੱਡਾ ਹਮਲਾ ਵਿੱਢਿਆ ਏ। ਉਸ ਤੋਂ ਬਾਅਦ ਜੋ ਫਿਰ ਪੋਲੀਟੀਕਲ ਪਾਰਟੀਆਂ ਸਰਗਰਮ ਹੋਈਆਂ, ਉਹ ਵੀ ਸਭ ਆਪਣੇ ਸਾਹਮਣੇ ਆ। ਪਰ ਇਸ ਮਸਲੇ ਦੀ ਜੋ ਜੜ ਹੈ, ਜਿੱਥੋਂ ਇਹ ਮਸਲਾ ਸ਼ੁਰੂ ਹੋਇਆ ਸੀ ਕਿ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਜੋ ਲਖਵੀਰ ਸਿੰਘ ਸੀ, ਉਹਦਾ ਨਿਹੰਗਾਂ ਵੱਲੋਂ ਸੋਧਾ ਲਾਇਆ ਗਿਆ, ਜਿਵੇਂ ਨਿਹੰਗ ਆਪਣੀ ਭਾਸ਼ਾ ਦੇ ਵਿੱਚ ਦੱਸਦੇ ਨੇ। ਤੁਸੀਂ ਮੈਨੂੰ ਇਹ ਗੱਲ ਸਮਝਾਓ ਕਿ ਇੱਕ ਇੱਥੇ ਕਿਸਾਨ ਮੋਰਚੇ ਦੀ ਮੇਨ ਸਟੇਜ ਲੱਗੀ ਹੋਈ ਹੈ ਸਿੰਘੂ ਬਾਰਡਰ ਤੇ, ਉਹਦੇ ਨਾਲ ਜੋੜ ਕੇ ਦੱਸਿਆ ਜਾਂਦਾ ਕਿ ਇੱਥੇ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਕ ਤਾਂ ਤੁਹਾਡੇ ਕੋਲੋਂ ਮੈਂ ਇਹ ਸਮਝਣਾ ਚਾਹੁੰਦਾ ਕਿ ਉੱਥੇ ਜਿੱਥੇ ਨਿਹੰਗ ਬੈਠੇ ਨੇ, ਗੁਰੂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਉੱਥੇ ਸੀ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਸੀ, ਗੁਰੂ ਗ੍ਰੰਥ ਸਾਹਿਬ ਉੱਥੇ ਕਿਵੇਂ ਮੌਜੂਦ ਸੀ? ਹਾਂ ਦੇਖੋ ਗੁਰਜਿੰਦਰ, ਕਈ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਅੱਜ ਵੀ ਖੜੇ ਨੇ। ਰਾਜਨੀਤੀ ਤਾਂ ਦੇਖੋ ਹੋਣੀ ਹੈ। ਰਾਜਨੀਤੀ ਤਾਂ ਪਹਿਲਾਂ ਹੀ ਚਾਹੁੰਦੀ ਹੈ ਕਿ ਜਿਹੜਾ ਅੰਦੋਲਨ ਹੈ ਉਹਦਾ ਕਿਸੇ ਤਰੀਕੇ ਨਾਲ ਜਾਂ ਤਾਂ ਉਹਨੂੰ ਫੇਲ ਕਰ ਲਿਆ ਜਾਵੇ, ਕਿਉਂਕਿ ਸਾਰੀ ਪਾਰਟੀਆਂ ਦੁਖੀ ਨੇ। ਸਾਰੀ ਪਾਰਟੀਆਂ ਦੇ ਕੰਡੇ ਦੇ ਵਿੱਚ ਪੈਰ 'ਚ ਕੰਡਾ ਚੁਭਿਆ ਹੋਇਆ ਇਹ ਅੰਦੋਲਨ ਵਾਲਾ। ਇਹਨਾਂ ਦੇ ਪੈਰ ਨਹੀਂ ਲੱਗ ਰਹੇ ਤੇ ਇਹ ਚਾਹੁੰਦੀਆਂ ਨੇ ਕਿ ਜ਼ਿਆਦਾ ਇਹਨੂੰ ਅੰਦੋਲਨ ਨੂੰ ਖਤਮ ਕਰਿਆ ਜਾਵੇ, ਕਿਸੇ ਤਰੀਕੇ ਨਾਲ ਬਦਨਾਮ ਕਰਦਾ ਜਾਵੇ, ਲੋਕ ਟੁੱਟ ਜਾਣ ਇਹਨਾਂ ਨਾਲੋਂ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਾ ਪ੍ਰਚਾਰ ਹੋਇਆ ਪਿਆ ਹੈ ਇਸ ਤਰ੍ਹਾਂ ਦਾ। ਅੱਜ ਦਾ ਨਹੀਂ ਹੋਇਆ, ਬੜਾ ਪਹਿਲਾਂ ਹੋ ਰਿਹਾ, ਸ਼ੁਰੂ ਤੋਂ ਹੀ ਹੈ ਜੀ। ਹਾਂਜੀ। ਦੂਜੀ ਗੱਲ ਜਿਹੜੀ ਗੱਲ ਹੈ ਤੁਸੀਂ ਕੀਤੀ, ਕਿ ਰਾਜਨੀਤੀ ਹੋ ਰਹੀ ਹੈ ਤਾਂ ਉਹਦੇ ਵਿੱਚ ਅੰਦੋਲਨ ਖਤਮ ਕਰਨ, ਅੰਦੋਲਨ ਸਮਾਪਤ ਹੋ ਜੇ ਜਾਂ ਬਦਨਾਮ ਹੋ ਜੇ ਤੇ ਜਾਂ ਢਾਹ ਲੱਗ ਜੇ ਤੇ ਲੋਕ ਜਿਹੜੇ ਟੁੱਟ ਕੇ ਉੱਥੋਂ ਸਾਡੇ ਵਾਲੇ ਪਾਸੇ ਸਾਡੀਆਂ ਰੈਲੀਆਂ ਦੇ ਵਿੱਚ, ਸਾਡੇ ਵੋਟਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਵੜ ਕੇ ਸਾਡੇ ਸਲੂਟ ਸਾਨੂੰ ਕਰਨ, ਹੱਥ ਜੋੜ ਕੇ ਖੜਨ, ਉਹ ਚੀਜ਼ ਚਾਹੁੰਦੇ ਨੇ ਜੀ। ਸਿਆਸਤ ਤਾਂ ਬਹੁਤ ਵੱਡੀ ਚੀਜ਼ ਹੈ, ਸਿਆਸੀ ਖੇਡਾਂ ਹੁੰਦੀਆਂ ਰਹਿੰਦੀਆਂ ਨੇ, ਐਸੇ ਸੰਘਰਸ਼ਾਂ ਦੇ ਵਿੱਚ ਹੁੰਦੀਆਂ ਆਈਆਂ ਨੇ ਤੇ ਹੁੰਦੀਆਂ ਰਹਿਣਗੀਆਂ ਅੱਗੇ, ਠੀਕ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਉੱਥੇ ਬੰਦਾ ਮਾਰਿਆ ਗਿਆ, ਜੋ ਵੀ ਹੋਇਆ ਉਹ ਜਾਂ ਤਾਂ ਉਹ ਨਿਹੰਗ ਸਿੰਘ ਜਾਣਦੇ ਨੇ ਜਾਂ ਬੰਦਾ ਜਿਹੜਾ ਮਰਿਆ ਉਹ ਜਾਣਦਾ ਸੀਗਾ। ਤੇ ਉਹਦੇ ਵਿੱਚ ਇਹ ਗੱਲ ਕਹਿ ਸਕਦੇ ਆਪਾਂ ਕਿ ਪਹਿਲੀ ਤਾਂ ਗੱਲ ਹੈ ਜਿਹੜੀ ਘਟਨਾ ਆ ਉਹਦੀ ਟਾਈਮਿੰਗ ਮਿਲਾ ਕੇ ਦੇਖੀ ਜਾਵੇ ਤਾਂ ਸਵਾਲ ਖੜਾ ਹੁੰਦਾ ਕਿ ਉਸ ਟਾਈਮ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਸੀਗੇ, ਜਾਂ ਕਿਹਾ ਜਾ ਰਿਹਾ ਕਿ ਸਰਬ ਲੋਕ ਗ੍ਰੰਥ ਉੱਥੇ ਉਹ ਸੀ, ਤੇ ਬੇਅਦਬੀ ਕਿਸ ਚੀਜ਼ ਦੀ ਕੀਤੀ ਜਾ ਰਹੀ ਹੈ, ਨਾਮ ਕਿਸ ਚੀਜ਼ ਦਾ ਵਰਤਿਆ ਜਾ ਰਿਹਾ ਇਹ ਨਹੀਂ ਪਤਾ ਜੀ। ਉਹ ਕਿਉਂ ਵਰਤਿਆ ਜਾ ਰਿਹਾ ਕੁਛ ਨਹੀਂ ਪਤਾ ਹੈਗਾ। ਤੇ ਬੰਦਾ ਮਾਰਨ ਨਾਲ ਤੁਸੀਂ ਐਂ ਕਹਿ ਲਓ ਕਿ ਕਿੱਡੀ ਕੁ ਵੱਡੀ ਬਹਾਦਰੀ ਇੱਕ ਨਿਹੱਥੇ ਬੰਦੇ ਦੇ ਉੱਤੇ ਬੰਦੇ ਨੇ। ਜੇ ਤੁਸੀਂ ਗੱਲ ਕਰਦੇ ਹੋ ਨਿਹੰਗ ਸਿੰਘਾਂ ਦੀ, ਜਾਂ ਲੋਕ ਕਹਿੰਦੇ ਨੇ ਸੋਧਾ ਲਾਉਣਾ ਚਾਹੀਦਾ ਤਾਂ ਹੀ ਹਟਣਗੇ, ਤਾਂ ਨਿਹੱਥੇ ਤੇ ਵਾਰ ਵੀ ਸਿੱਖ ਪੰਥ ਹੀ ਕਹਿੰਦਾ, ਸਿੱਖ ਧਰਮ ਹੀ ਕਹਿੰਦਾ। ਜੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਤਾਂ ਨਿਹੱਥੇ ਤੇ ਤਾਂ ਵਾਰ ਵੈਸੇ ਹੀ ਨਹੀਂ ਕਰਦੇ ਸੀਗੇ। ਉਹ ਨਿਹੱਥੇ ਬੰਦੇ ਦੇ ਤੇ ਵਾਰ ਕਰਕੇ ਏਦਾਂ ਮਾਰ ਦੇਣਾ, ਜਾਂ ਚਲੋ ਜੇ ਤੁਸੀਂ ਸਜ਼ਾ ਦੇਣੀ ਵੀ ਸੀ, ਚਲੋ ਕਿਸੇ ਤਰ੍ਹਾਂ ਦੀ ਕੋਈ ਲਾ ਲਓ, ਤੁਹਾਡਾ ਚਾਹੇ ਕੋਈ ਇਸ਼ਟ ਜੀ ਨੂੰ ਮੰਨਦੇ ਹੋ, ਚਾਹੇ ਕੋਈ ਬਾਬਾ, ਚਾਹੇ ਸੰਤ, ਕੋਈ ਧਾਰਮਿਕ ਬੰਦਾ, ਆਗੂ, ਉਹਦੀ ਗੱਲ ਕਰ ਦੋ ਵੀ ਉਹਦੇ ਪੈਰੀਂ ਹੱਥ ਨਹੀਂ ਲਾਇਆ ਜਾਂ ਗੋਡੀਆਂ ਹੱਥ ਨਹੀਂ ਲਾਇਆ ਬੰਦੇ ਨੇ, ਤੁਹਾਨੂੰ ਠੇਸ ਪਹੁੰਚ ਗਈ। ਪਰ ਮਾਰਨਾ ਕਿੱਥੋਂ ਦਾ ਹੋਆ, ਕਾਨੂੰਨ ਫਿਰ ਕਿੱਥੋਂ ਦਾ ਹੈ? ਜ਼ਿਆਦਾ ਸਾਰਿਆਂ ਲਈ ਬਰਾਬਰ ਤਾਂ ਫਿਰ ਕਾਨੂੰਨ ਹੋਣਾ, ਫਿਰ ਤਾਂ ਸਾਰੇ ਮਾਰ ਕੱਟ ਲੱਗ ਜਾਣਗੇ ਕਰਨ ਇੱਦਾਂ। ਜੇ ਅੱਜ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ, ਜਾਂ ਅੱਜ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨਾਲ ਕਦੇ ਇੱਦਾਂ ਨਹੀਂ ਹੋਇਆ, ਇੱਦਾਂ ਨਹੀਂ ਹੋਇਆ, ਜਦੋਂ ਤੁਹਾਡੇ ਘਰਾਂ ਦੇ ਵਿੱਚ ਇੱਦਾਂ ਦੀ ਕੋਈ ਗੱਲ ਹੋ ਜਾਂਦੀ ਹੈ, ਫਿਰ ਤੁਸੀਂ ਕਾਨੂੰਨ ਵਾਲੇ ਪਾਸੇ ਕਿਉਂ ਭੱਜਦੇ ਹੋ? ਤੁਸੀਂ ਕਿਉਂ ਨਹੀਂ ਕਹਿੰਦੇ ਵੀ ਜਾ ਕੇ ਮਾਰਿਆ ਦੇਖੀ ਜਾਊਗੀ? ਆਪਦੇ ਪੁੱਤਾਂ ਨੂੰ, ਆਪਦੇ ਧੀਆਂ ਨੂੰ ਮਰਵਾਓ ਤੇ ਉਹਨਾਂ ਨੂੰ ਕਹੋ ਮਾਰੋ, ਫਿਰ ਤਾਂ ਗੱਲ ਬਣਦੀ ਆ। ਕੋਈ ਏਦਾਂ ਦਾ ਫਿਰ ਸਿੱਖ ਕੌਮ ਦਾ ਨਾਮ ਬਦਨਾਮ ਹੋ ਰਿਹਾ ਜੀ। ਮਰਨ ਵਾਲੇ ਬੰਦੇ ਦਾ ਵੀ ਚਿਹਰਾ ਮੂਹਰਾ ਦੇਖ ਲਓ, ਤੇ ਜਿਹਨੇ ਮਾਰਨ ਦੀ ਜ਼ਿੰਮੇਵਾਰੀ ਲਈ ਉਹਦਾ ਵੀ ਚਿਹਰਾ ਮੂਹਰਾ ਦੇਖ ਲਓ ਕੀ ਕਹਿੰਦਾ। ਬਿਲਕੁਲ। ਪਰਮਿੰਦਰ ਜੀ, ਮੇਰੀ ਉਹ ਸਵਾਲ ਸੀਗੇ, ਸੋਸ਼ਲ ਮੀਡੀਆ ਤੇ ਜਦੋਂ ਉਹ ਨਿਹੰਗ ਸਿੰਘ ਸੀ ਉਹ ਕੋਰਟ 'ਚ ਪੇਸ਼ ਹੁੰਦਾ, ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਨੂੰ ਬਾਹਰ ਲੈ ਕੇ ਆਉਂਦੇ ਆ, ਸਾਰਾ ਉੱਥੇ ਮੀਡੀਆ ਮੌਜੂਦ ਹੁੰਦਾ ਨੈਸ਼ਨਲ ਲੈਵਲ ਦਾ ਵੀ, ਤਾਂ ਉਹਨਾਂ ਦੀ ਦਸਤਾਰ ਖੁੱਲ੍ਹ ਜਾਂਦੀ ਹੈ ਉੱਥੇ। ਤਾਂ ਉੱਥੇ ਪਰ ਸੋਸ਼ਲ ਮੀਡੀਆ ਤੇ ਕਈ ਬੰਦੇ ਸਵਾਲ ਵੀ ਕਰ ਰਹੇ ਨੇ ਕਿ ਵਾਲ ਕੱਟੇ ਹੋਏ ਨੇ, ਪਰ ਨਿਹੰਗ ਸਿੰਘ ਦੇ ਵਾਲ ਕਿਵੇਂ ਕੱਟੋਗੇ? ਬਾਲ ਤਾਂ ਦੇਖੋ ਜਕਾਰ ਸੇਵਾ ਵਾਲੇ ਬਾਬੇ ਹੋਏ, ਉਹਨਾਂ ਦੇ ਵਿੱਚ ਵੀ ਲੋਕ ਇਦਾਂ ਦੇ ਜਾ ਕੇ ਸੇਵਾ ਕਰਕੇ ਬਾਲ ਰੱਖਣੇ ਸ਼ੁਰੂ ਕਰ ਦਿੰਦੇ ਨੇ। ਇਦਾਂ ਹੀ ਨਿਹੰਗਾਂ ਦੇ ਵਿੱਚ ਵੀ ਹੈਗਾ। ਜਿਹੜੇ ਅਸਲ ਨਿਹੰਗ ਸਿੰਘ ਨੇ ਉਹਨਾਂ ਦਾ ਤਾਂ ਨਾ ਨਸ਼ੇ ਨਾਲ ਕੋਈ ਸੰਬੰਧ ਹੁੰਦਾ ਹੈ, ਨਾ ਹੀ ਉਹ ਇਦਾਂ ਕਿਸੇ ਜਿਹੜਾ
ਆਪਾਂ ਕਹਿ ਦਿੰਦੇ ਗਰੀਬ ਜਾਂ ਜਿੱਦਾਂ ਕਹਿ ਲਓ ਕਿਸੇ ਨੇ ਹੱਥ ਆਇਆ ਉਹਦੇ ਤੇ ਇਦਾਂ ਵਾਰ ਹੁੰਦਾ ਤੇ ਉਹਦਾ ਜ਼ਾਲਮ ਦੇ ਵਿਰੁੱਧ ਖੜਦੇ ਨੇ। ਬਿਲਕੁਲ। ਤੇ ਜੇ ਹੁਣ ਇੱਥੇ ਕਹਿ ਦਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਕੀਤੀ ਜਾ ਰਹੀ ਸੀ ਜਾਂ ਫਲਾਣਾ ਹੋ ਰਿਹਾ ਸੀ, ਉਹ ਤੋਂ ਉੱਪਰ ਕੀ ਹੈ, ਤਾਂ ਪਹਿਲੀ ਗੱਲ ਤਾਂ ਇਹ ਕਿ ਉੱਥੇ ਇੱਦਾਂ ਦੀ ਘਟਨਾ ਕੀ ਵਾਪਰੀ ਜਿਹਤੋਂ ਉਹਨਾਂ ਨੂੰ ਲੱਗਿਆ ਕਿ ਇਹ ਬੇਅਦਬੀ ਕਰਨ ਜਾ ਰਿਹਾ ਹੈ। ਫਿਰ ਦੂਜੀ ਗੱਲ, ਕੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸੀਗੇ? ਇਹ ਗੱਲ ਹੈ, ਇਹ ਕੁਐਸਚਨ ਹੈ। ਤੇ ਤੀਜੀ ਗੱਲ ਹੈ, ਜੇ ਜਦੋਂ ਤੱਕ ਹੋਈ ਨਹੀਂ ਚੀਜ਼, ਘਟਨਾ ਹੀ ਨਹੀਂ ਹੋਈ, ਜੇ ਤੁਸੀਂ ਇੰਨੇ ਸਤਰਕ ਸੀਗੇ, ਠੀਕ ਹੈ, ਫਿਰ ਉੱਥੇ ਹੀ ਉਹ ਜਦੋਂ ਹੁੰਦੀ ਆ ਉਦੋਂ CCTV ਵੀ ਲੱਗ ਸਕਦੇ ਆ, ਸਾਰਾ ਕੁਝ ਹੁੰਦਾ ਹੈ। ਜਦੋਂ ਤੁਸੀਂ ਸਤਰਕ ਹੋ ਫਿਰ ਤਾਂ ਸਤਰਕ ਹੋਣਾ ਪੈਂਦਾ ਹੈ। ਅੱਜ ਕੱਲ੍ਹ ਤਾਂ ਟੈਕਨੀਕਸ ਦਾ ਜ਼ਮਾਨਾ ਹੈ, ਜਾਂ ਤੁਸੀਂ ਕਹੋ ਕਿ ਅਸੀਂ ਤਾਂ ਟੈਕਨੀਕਸ ਤੇ ਗੱਲ ਹੀ ਨਹੀਂ ਕਰਦੇ, ਫਿਰ ਤੁਸੀਂ ਸੋਸ਼ਲ ਮੀਡੀਆ ਮੋਬਾਈਲਾਂ ਨੂੰ ਕਿਉਂ ਚੱਕੀ ਫਿਰਦੇ ਹੋ? ਚਾਹੇ ਕੋਈ ਆ, ਚਾਹੇ ਨਿਹੰਗ ਸਿੰਘ ਨੇ, ਕਿਉਂ ਚੱਕੀ ਫਿਰਦੇ ਹੋ? ਜਾਂ ਤਾਂ ਟੈਕਨੀਕ ਤੋਂ ਬਿਲਕੁਲ ਮੁਨਕਰ ਹੋ ਜਾਓ, ਅਸੀਂ ਨਹੀਂ ਮੰਨਦੇ, ਅਸੀਂ ਤਾਂ ਆਪ ਪਹਿਰਾ ਦਿੰਦੇ ਹਾਂ, ਠੀਕ ਹੈ, ਫਿਰ ਉਹ ਵੀ ਗੱਲ ਵੱਖਰੀ ਹੈ। ਉਹ ਵੀ ਨਹੀਂ ਹੈਗਾ ਤੁਹਾਡੇ ਕੋਲ, ਟੈਕਨੀਕ ਵੀ ਨਾਲ ਰੱਖਦੇ ਹੋ। ਜੇ ਟੈਕਨੀਕ ਲੱਗਦੇ ਹੋ ਫਿਰ CCTV ਕਿਉਂ ਨਹੀਂ ਹੈਗੇ ਉੱਥੇ? ਕਿਸ ਚੀਜ਼ ਦੀ ਘਾਟ ਹੈ ਫਿਰ ਤੁਹਾਡੇ ਕੋਲ? ਜਾਂ ਫਿਰ ਇਹੋ ਜਿਹੀ ਥਾਂ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾ ਕੇ ਪ੍ਰਕਾਸ਼ ਹੀ ਕਿਉਂ ਕੀਤਾ ਜੇ ਉੱਥੇ ਸੀ? ਕਿਉਂ ਕੀਤਾ? ਬਿਲਕੁਲ। ਜਦੋਂ ਅਕਾਲ ਤਖਤ ਸਾਹਿਬ ਕਹਿੰਦੇ ਕਿ ਇੱਦਾਂ ਸੜਕਾਂ ਦੇ ਉੱਤੇ, ਮੈਰਿਜ ਪੈਲਸਾਂ 'ਚ ਜਾਂ ਹੋਰ ਕਿਤੇ ਤੁਸੀਂ ਪ੍ਰਕਾਸ਼ ਨਹੀਂ ਕਰ ਸਕਦੇ, ਤਾਂ ਤੂੰ ਕਿਉਂ ਕੀਤਾ? ਫਿਰ ਉਹਨਾਂ ਵਾਸਤੇ ਸਪੈਸ਼ਲ ਸੁਰੱਖਿਆ ਕਿਉਂ ਨਹੀਂ ਉਪਲਬਧ ਕੀਤੀ ਗਈ? ਐਂ ਜਣਾ ਖਾਣਾ ਜਾ ਕੇ ਇਹਦਾ ਮਤਲਬ ਕੋਈ ਕੁਝ ਵੀ ਕਰ ਦੇਵੇ, ਫਿਰ ਇਹ ਤਾਂ ਤੁਹਾਡੀਆਂ ਗਲਤੀਆਂ ਨੇ। ਫਿਰ ਤੀਜੀ ਗੱਲ, ਤੁਸੀਂ ਅੰਦੋਲਨ ਨਾਲ ਜੋੜ ਕੇ, ਲੋਕ ਬਹੁਤ ਦੇਖ ਰਹੇ ਨੇ ਉਸ ਅੰਦੋਲਨ ਨੂੰ, ਬਈ ਕਿਸਾਨ ਆਗੂ ਜਵਾਬ ਦੇਣ, ਕਿਸਾਨ ਆਗੂ ਏਦਾਂ ਕਰਨ। ਉਹਨਾਂ ਨੂੰ ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਇੱਥੇ ਨਾ ਰਹੋ ਭਾਈ। ਜਿਹੜੇ ਲੋਕਾਂ ਨਾਲ ਸੰਬੰਧਿਤ ਚੀਜ਼ਾਂ ਨੇ ਉਹ ਚੀਜ਼ਾਂ ਉਹ ਸ਼ਾਂਤਮਈ ਬੈਠੇ ਨੇ ਉੱਥੇ। ਬਿਲਕੁਲ। ਜਦੋਂ ਇਹ ਅੰਦੋਲਨ ਪ੍ਰਵਿੰਦਰੇ ਸ਼ੁਰੂ ਹੋਇਆ ਸੀ, ਉਦੋਂ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਬਿਆਨ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਮਜਬੂਰ ਕਰਕੇ ਮਾਫੀ ਮੰਗਵਾਈ ਗਈ ਸੀ ਉਹਨਾਂ ਤੋਂ। ਜਦੋਂ ਬਲਵੀਰ ਸਿੰਘ ਰਾਜੇਵਾਲ ਮੀਡੀਆ 'ਚ ਮਾਫੀ ਮੰਗ ਰਹੇ ਸੀ, ਤਾਂ ਜੋ ਉਹਨਾਂ ਦੀ ਬੋਡੀ ਲੈਂਗੁਏਜ ਸੀ ਉਹ ਦੇਖਣ ਵਾਲੀ ਸੀ, ਲੱਗਦਾ ਸੀ ਕਿ ਮਜਬੂਰ। ਦੇਖੋ, ਇਸ ਘਟਨਾ ਤੋਂ ਕਿਤੇ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਇੱਥੋਂ ਚਲੇ ਜਾਓ, ਠੀਕ ਹੈ। ਫਿਰ ਹੁਣ ਨਾਤਾ ਕਿਉਂ ਜੋੜ ਰਹੇ ਹੋ ਤੁਸੀਂ ਉਹਨਾਂ ਨਾਲ? ਜੇ ਤਾਂ ਉਹ ਪਹਿਲਾਂ ਜਵਾਬ ਹੀ ਨਾ ਦਿੰਦੇ ਕਿਸਾਨ ਆਗੂ, ਇਹਨਾਂ ਨੂੰ ਕਹਿੰਦੇ ਨਾ ਵੀ ਤੁਸੀਂ ਚਲੇ ਜਾਓ, ਫਿਰ ਤਾਂ ਚੱਲ ਗੱਲ ਮੰਨਦੀ ਵੀ ਹਾਂ ਇਹਨਾਂ ਦਾ ਸਹਾਰਾ ਲਿਆ ਇਹਨਾਂ ਨੇ, ਅੱਜ ਇਹਨਾਂ ਨੂੰ ਡਰ ਸੀ ਨਾ ਪਹਿਲਾਂ ਦਾ ਕੁਝ ਹੋ ਸਕਦਾ ਇਦਾਂ ਦਾ, ਤੇ ਉਹ ਕੁਝ ਵਾਪਰਿਆ ਨਹੀਂ। ਉਹ ਦੇਖੋ, ਜ਼ਰੂਰੀ ਨਹੀਂ ਹੁੰਦਾ ਕੌਣ ਬੰਦਾ ਕਿੱਥੇ ਵਿਕ ਜਾਏ ਕੋਈ ਪਤਾ ਹੁੰਦਾ। ਬਿਲਕੁਲ। ਇਹ ਕਿੱਥੋਂ ਦਾ ਅਸੂਲ ਹੈ ਵੀ ਹਾਂ ਇਹ ਬੰਦਾ ਸਹੀ ਹੈ? ਅੱਜ ਦੀਪ ਸਿੱਧੂ ਵਰਗੇ ਵੀ ਜਾ ਕੇ ਹਮਾਇਤ ਕਰ ਰਹੇ ਨੇ। ਤੁਸੀਂ ਆਪ ਆ ਜਾਓ ਇਸ ਗੱਲ ਦੀ, ਤੁਸੀਂ ਪ੍ਰੋੜਤਾ ਕਿਉਂ ਨਹੀਂ ਕਰਦੇ ਕਿ ਅਸੀਂ ਵੀ ਆਹ ਕੰਮ ਕਰਾਂਗੇ? ਬੈਠੋ, ਤੁਸੀਂ ਕਿਉਂ ਨਹੀਂ ਕਰਦੇ ਇਹ ਕੰਮ? ਫਿਰ ਤੁਸੀਂ ਕਿਉਂ ਨਹੀਂ ਬੰਦੇ ਵੱਢ ਲੈਂਦੇ ਜਾ ਕੇ ਬਈ? ਤੁਸੀਂ ਕਿਉਂ ਨਹੀਂ ਹਥਿਆਰ ਚੱਕ ਕੇ ਸਾਹਮਣੇ ਖੜਦੇ ਵੀ ਅਸੀਂ ਖੜੇ ਹਾਂ? ਉਹਨਾਂ ਨੂੰ ਕਹਿੰਦੇ ਆ ਤੁਸੀਂ ਕਰੋ ਜੀ। ਉਹ ਤਾਂ ਪਹਿਲਾਂ ਹੀ ਕਹਿ ਰਹੇ ਅਸੀਂ ਤਾਂ ਸ਼ਾਂਤਮਈ ਕਰ ਰਹੇ ਹਾਂ। ਉਹ ਤਾਂ ਪਹਿਲਾਂ ਹੀ ਕਹਿ ਰਹੇ ਕਿ ਅਸੀਂ ਹਥਿਆਰਬੰਦ ਸੰਘਰਸ਼ ਦੇ ਉਹਦੇ 'ਚ ਹੈ ਹੀ ਨਹੀਂ, ਪੱਖ 'ਚ ਹੈ ਹੀ ਨਹੀਂ, ਤੇ ਤੁਸੀਂ ਉਹਨੂੰ ਧੱਕੇ ਨਾਲ ਹੀ ਇਹ ਬੰਦੇ ਜਵਾਬ ਦੇਣ। ਐਂ ਤਾਂ ਫਿਰ ਸਾਰੀਆਂ ਸਰਕਾਰਾਂ ਜਵਾਬ ਦੇ ਨੇ, ਐਂ ਤਾਂ ਸਾਰੇ MLA ਜਵਾਬ ਦੇ ਨੇ। ਉਹਨਾਂ ਨੂੰ ਕਿਹਨਾਂ ਨੂੰ ਫੜ ਕੇ ਅੰਦਰ ਕਰਤਾ ਤੁਸੀਂ? ਆਮ ਬੰਦੇ ਦੀ ਜਾ ਕੇ ਚੀਨੀ ਖੋਹ ਕੇ ਕਤਲ ਕਰਦਾ ਜਾਂਦਾ, ਘਰਾਂ 'ਚ ਵੜ ਕੇ ਗੋਲੀਆਂ ਮਾਰਦੀਆਂ ਨੇ, ਲੁੱਟ ਕਰ ਲੈਂਦੀਆਂ। ਤੁਸੀਂ ਕਿਹਨਾਂ ਬੰਦਿਆਂ ਨੂੰ ਜਾ ਕੇ ਸਜ਼ਾ ਦਵਾ ਲਈ ਬਈ? ਇਹ ਉਹਨਾਂ ਦੇ ਉੱਤੇ ਤੁਸੀਂ ਪਰਚੇ ਕਿਉਂ ਨਹੀਂ ਕਰਾਉਂਦੇ? ਉਹਨਾਂ ਦੇ ਉੱਤੇ ਕਿਉਂ ਨਹੀਂ ਬੋਲਦੇ ਹੈਗੇ? ਕਿਉਂ ਉਹਨਾਂ ਨੂੰ ਪਤਾ ਹੈ ਕਿ ਅਗਲੇ ਤੁਹਾਨੂੰ ਦਿੰਦੇ ਆ, ਅਗਲੇ ਕੋਲ ਪਾਵਰ ਹੈ ਭਾਈ। ਸੋ ਉਹ ਐਂ ਤਾਂ ਸਾਰੇ ਹੀ ਜ਼ਿੰਮੇਵਾਰ ਨੇ, ਘਰਾਂ ਦੇ ਵਿੱਚ ਵੀ ਨਹੀਂ ਜ਼ਿੰਮੇਵਾਰ ਹੁੰਦੇ ਕੋਈ। ਜਦੋਂ ਆਪਣਾ ਘਰ ਦਾ ਕੋਈ ਬੱਚਾ ਕੋਈ ਗਲਤ ਕੰਮ ਕਰਿਆ ਹੋਵੇ, ਇਹਦੇ ਨਾਲ ਚੱਕ ਕੇ ਮਾਂ ਬਾਪ ਨੂੰ ਅੰਦਰ ਕਰ ਦੋ। ਕੋਈ ਬੱਚਾ ਗਲਤ ਕਤਲ ਕਰਿਆ ਆਂਦਾ ਹੈ, ਕੋਈ ਠੱਗੀ ਠੋਰੀ ਮਾਰਿਆ ਆਂਦਾ ਹੈ, ਜਾਂ ਰਿਸ਼ਵਤ ਲੈ ਲਿਆ, ਤਾਂ ਚੱਕ ਕੇ ਘਰਦਿਆਂ ਨੂੰ ਅੰਦਰ ਕਰ ਦੋ। ਇਹ ਨਹੀਂ ਗੱਲ ਹੁੰਦੀ। ਕੋਈ ਬੰਦਾ ਗਲਤ ਹੋ ਸਕਦਾ, ਕਿਤੇ ਵੀ ਹੋ ਸਕਦਾ। ਹੁਣ ਉਹਦੀ ਮਨਸ਼ਾ ਕੀ ਹੈ ਆਪਾਂ ਨੂੰ ਕੀ ਪਤਾ? ਉਹ ਕਿਸ ਮਨਸ਼ਾ ਨਾਲ ਇਹ ਘਟਨਾ ਨੂੰ ਅੰਜਾਮ ਦੇ ਰਿਹਾ, ਤਾਂ ਉਸ ਬੰਦੇ ਨੂੰ ਪਤਾ। ਜਿਹਨੇ ਕੀਤੀ ਹੈ ਉਹਨੂੰ ਸਜ਼ਾ ਵੀ ਹੈਗੀ ਆ। ਜਾਂਚ ਹੋ ਰਹੀ ਹੈ, ਜਾਂਚ ਕਰਾ ਲਓ। ਕਿਸੇ ਦੇ ਹੱਥ ਤਾਂ ਫੜੇ ਨਹੀਂ, ਕਿਸੇ ਨੇ ਨਾ ਹੱਥ ਜੋੜੇ ਵੀ ਤੁਸੀਂ ਜਾਂਚ ਨਾ ਕਰਾਓ। ਉਹ ਤਾਂ ਆਪ ਮੰਗ ਕਰ ਰਹੇ ਨੇ ਕਿਸਾਨ ਆਗੂ ਵੀ ਜਾਂਚ ਕਰਵਾਓ ਇਸ ਮਾਮਲੇ ਦੀ। ਪੁਖਤਾ ਜਾਂਚ ਹੋਣੀ ਚਾਹੀਦੀ ਹੈ। ਗੱਲ ਵਾਪਰੀ ਕਿਉਂ ਤੇ ਕਿਵੇਂ ਵਾਪਰੀ ਤੇ ਕਿਉਂ ਵਾਪਰੀ? ਬਿਲਕੁਲ, ਇਹ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ ਸੀ ਉੱਥੇ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸੀਗੇ। ਅੱਜ ਅਕਾਲ ਤਖਤ ਸਾਹਿਬ ਜਾਂ ਹੋਰ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਚੁੱਪ ਬੈਠੀਆਂ ਨੇ, ਸ਼੍ਰੋਮਣੀ ਕਮੇਟੀ ਚੁੱਪ ਬੈਠੀ ਹੈ। ਜ਼ਿੰਮੇਵਾਰੀ ਲੈਣ ਕੇ ਯਾਰ ਨਿਹੰਗ ਸਿੰਘਾਂ ਨੇ ਕੀਤਾ, ਸਹੀ ਕੀਤਾ, ਕਿਉਂ ਨਹੀਂ ਕਹਿੰਦੇ? ਆ ਜਾਣ ਤੁਹਾਡੇ ਪਿੱਠ ਤੇ ਖੜ ਜਾਣਾ ਕਿ ਹੋਰਾਂ ਨੂੰ ਕਹੀ ਜਾਂਦੇ ਨੇ ਸੋਸ਼ਲ ਮੀਡੀਆ ਤੇ ਚੌੜੇ ਹੋ ਕੇ ਵੀ ਸਾਨੂੰ ਸਿੱਖਾਂ ਨਿਹੰਗਾਂ ਨਾਲ ਖੜਨਾ ਚਾਹੀਦਾ। ਉਹ ਜਿਹੜੀਆਂ ਸੰਸਥਾਵਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੇ ਆਗੂ ਤਾਂ ਚੁੱਪ ਬੈਠੇ ਨੇ। ਉਹ ਕਿਉਂ ਨਹੀਂ ਅੱਜ ਤੱਕ ਆਏ ਕਿ ਅਸੀਂ ਖੜੇ ਨਿਹੰਗ ਸਿੰਘ ਦੀ ਪਿੱਠ ਤੇ? ਬਿਲਕੁਲ। ਕਿਉਂ ਨਹੀਂ ਸਾਹਮਣੇ ਆ ਕੇ ਕਹਿ ਰਹੇ? ਕਿਉਂ ਨਹੀਂ ਉਹਦੇ ਲਈ ਜਾ ਕੇ ਵਕੀਲ ਕਰਨ, ਜਾ ਕੇ ਲੜਨ ਕੇਸ ਦਾ ਵੀ ਇਹਨੇ ਸਹੀ ਕੀਤਾ? ਕਿਉਂ ਨਹੀਂ ਕਹਿੰਦੇ ਸਹੀ ਕੀਤਾ? ਇੱਕ ਵਕੀਲ ਉਹਨਾਂ ਦੇ ਪੱਖ 'ਚ ਆਏ ਵੀ ਨੇ, ਉਹ ਕਹਿੰਦੇ ਅਸੀਂ ਲੜਾਂਗੇ। ਮੈਂ ਕਹਿੰਦਾ ਉਹ ਸਾਰਾ ਕੁਝ ਹੋਵੇ, ਚਾਹੇ ਜੋ ਮਰਜ਼ੀ ਹੈ, ਪਰ ਉਹ ਸਾਹਮਣੇ ਉਸੇ ਟਾਈਮ ਆਉਂਦੇ ਕਿ ਅਸੀਂ ਆ ਗਏ,
ਕੋਈ ਡਰਨ ਦੀ ਲੋੜ ਨਹੀਂ। ਡਰਨ ਦੀ ਲੋੜ ਨਹੀਂ। ਜੋ ਹੋ ਗਿਆ ਠੀਕ ਹੈ। ਆਂਦੇ ਬੀਬੀ ਜਗੀਰ ਕੌਰ ਖੜਦੀ ਜਾ ਕੇ ਉੱਥੇ ਨਿਹੰਗ ਸਿੰਘਾਂ ਦੇ ਉੱਥੇ, ਉਹਨੂੰ ਕਿਹੜਾ ਰੋਕ ਲੈਣਾ ਸੀ ਕਿਸੇ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾ ਕੇ ਖੜ ਜਾਂਦੇ, ਪੰਥਕ ਕਹਾਉਣ ਵਾਲੀਆਂ ਪਾਰਟੀਆਂ ਜਾ ਕੇ ਖੜਨ ਲੱਗ ਜਾਂਦੀਆਂ ਉੱਥੇ, ਉਹਨਾਂ ਦੇ ਆਗੂ ਖੜਦੇ ਸੀ। ਇਹਨਾਂ ਦੀ ਪਿੱਠ ਤੇ ਕੋਈ ਆਂਚ ਨਹੀਂ ਆਣ ਦਿੰਦੇ। ਜੋ ਕਾਨੂੰਨ ਹੋਏਗਾ ਠੀਕ ਹੈ, ਜੋ ਜਾਂਚ ਹੋਊਗੀ ਠੀਕ ਹੈ, ਉਹ ਵੱਖਰੀ ਗੱਲ ਹੈ, ਕਾਨੂੰਨ ਮੁਤਾਬਕ ਜੋ ਗੱਲ ਹੋਊਗੀ, ਪਰ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਣ ਦੇਣੀ। ਇਹਨਾਂ ਸਹੀ ਕਿਹਾ, ਇਹ ਬਿਆਨ ਦਿੰਦੇ ਖੜ ਕੇ ਉੱਥੇ, ਪੂਰੀ ਦੁਨੀਆ ਦੇ ਵਿੱਚ ਜਾਂਦਾ ਬਿਆਨ ਵੀ ਆਹ ਕਰ ਰਹੇ। ਅੱਜ ਤੁਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਕਹਿ ਲਓ ਕਿ ਜ਼ਾਲਮਾਨਾ ਹਰਕਤ ਕਰਕੇ ਕਿਸੇ ਗਰੀਬ ਨੂੰ ਮਾਰ ਦੇਣਾ, ਇਹ ਤਾਂ ਗਲਤ ਗੱਲ ਹੈ ਨਾ। ਫਿਰ ਕਾਨੂੰਨ ਤਾਂ ਸਾਰਿਆਂ ਦੇ ਲਈ ਬਰਾਬਰ ਹੈ। ਫਿਰ ਤੁਸੀਂ ਵੀ ਕਾਨੂੰਨ ਦੇ ਘੇਰੇ ਚਾਹੁੰਦੇ ਹੋ, ਜਾਂ ਆਪ ਲੱਠ ਚੱਕੋ, ਆਪ ਹਥਿਆਰ ਚੱਕ ਕੇ ਆ ਜਾਓ ਸਾਹਮਣੇ। ਫਿਰ ਦੇਖੋ ਤੁਸੀਂ ਪਰਿਵਾਰਾਂ ਨੂੰ ਪਾਲਦੇ ਫਿਰਦੇ ਹੋ, ਤੁਸੀਂ ਆਪਣੇ ਪਰਿਵਾਰ ਸੈੱਟ ਕਰਦੇ ਹੋ, ਲੋਕਾਂ ਦੇ ਬੱਚੇ ਮਰਵਾਈ ਜਾਂਦੇ ਹੋ। ਉਹ ਆਪ ਦੇ ਪਰਿਵਾਰ ਤੁਸੀਂ ਬਾਹਰ ਭੇਜ ਰੱਖੇ ਨੇ, ਉਹਨਾਂ ਨੂੰ ਲਿਆਓ ਕੱਢ ਕੇ। ਕੋਈ ਘਾਟ ਹੈ ਕਿਸੇ ਕਿਸਮ ਦੀ? ਤੁਹਾਡੇ ਕਿਹੜੇ ਘੱਟ ਗਰੁੱਪ ਥੋੜ੍ਹੀ ਹੈ ਤੁਹਾਡੇ ਕੋਲ। ਤੁਸੀਂ ਕਿੰਨੇ ਜਣੇ ਹੋ? ਕਿੱਡਾ ਇਕੱਠ ਹੋਊਗਾ ਤੁਹਾਡੇ ਨਾਲ ਜੇ ਤੁਸੀਂ ਐਡਾ ਖੁੱਲ੍ਹਾ ਚੈਲੰਜ ਕਰਦੇ ਹੋ? ਤੁਸੀਂ ਆਪ ਕਿਉਂ ਨਹੀਂ ਆਉਂਦੇ ਸਾਹਮਣੇ? ਤੁਸੀਂ ਤਾਂ ਦਿੱਲੀ ਦਾ, ਕਈ ਬੰਦੇ ਬਾਹਰ ਬੈਠੇ ਗੱਲਾਂ ਕਰੀ ਜਾਂਦੇ, ਦਿੱਲੀ ਤੱਕ ਨਹੀਂ ਉਤਰਦੇ ਉੱਥੇ ਆ ਕੇ ਏਅਰਪੋਰਟ ਤੇ। ਬਿਲਕੁਲ। ਤੇ ਕਾਹਦਾ ਡਰ ਹੈ ਬਈ? ਜੇ ਮਰਨ ਮਰਾਉਣ ਨੂੰ ਲੋਕ ਹੀ ਰੱਖੇ ਨੇ। ਉਹ ਚੀਜ਼ਾਂ ਨੇ, ਉਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ। ਠੀਕ ਹੈ, ਜੋ ਘਟਨਾ ਵਾਪਰੀ ਹੈ ਉਸ ਦੋਵੇਂ ਚੀਜ਼ਾਂ ਗਲਤ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਇੱਕ ਚੀਜ਼ ਸਹੀ ਹੈ ਦੂਜੀ ਗਲਤ ਆ, ਦੋਨੋਂ ਚੀਜ਼ਾਂ ਗਲਤ ਨੇ। ਜੇ ਉਹ ਸੱਚੀ ਮੁੱਚੀ ਉਹਨੂੰ ਪਹਿਲਾਂ ਬੇਅਦਬੀ ਕਰਨ ਵਾਸਤੇ ਪ੍ਰੇਰਿਆ ਗਏ ਨੇ, ਜਿਹੜਾ ਬੰਦਾ ਕਹਿੰਦੇ ਘਰ ਤੋਂ ਅੰਮ੍ਰਿਤਸਰ ਸਾਹਿਬ ਨਹੀਂ ਜਾ ਸਕਦਾ, ਉਹ ਲੈ ਕੇ ਕੌਣ ਗਿਆ? ਉਹਨੂੰ ਲੈ ਕੇ ਕੌਣ ਗਿਆ? ਹੁਣ ਗੱਲ ਆ ਰਹੀ ਹੈ ਕਿ ਨਿਹੰਗ ਸਿੰਘ ਲੈ ਕੇ ਗਏ ਸੀਗੇ। ਕੌਣ ਸੀਗੇ ਉਹ ਨਿਹੰਗ ਸਿੰਘ? ਉਹਦੇ ਬਾਣਾ ਕਿਹਨੇ ਪਵਾਤਾ? ਜਣਾ ਖਣਾ ਬਾਣਾ ਪਾਈ ਫਿਰੀ ਜਾਂਦਾ। ਕਦੇ ਕਿਸੇ ਕੋਈ ਜਣੇ ਖੜੇ ਨੇ ਜਥੇਬੰਦੀ ਬਣਾ ਲਈ, ਚੱਕ ਕੇ 4 ਟੋਟਰੂ ਵਿਹਲੇ ਇਕੱਠੇ ਹੋ ਕੇ ਕਹਿੰਦੇ ਅਸੀਂ ਨਿਹੰਗ ਸਿੰਘ ਆ। ਨਿਹੰਗ ਸਿੰਘ ਹੁੰਦੇ ਨੇ ਇਹ? ਨਿਹੰਗ ਸਿੰਘਾਂ ਦੇ ਕੰਮ ਕੀ ਨੇ? ਕਿਵੇਂ ਬਦਨਾਮ ਕਰਕੇ ਰੱਖਦੀ ਹੈ ਕੌਮ? ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਣਾ ਖਣਾ ਅੱਜ ਕੋਈ ਕੁਛ ਵੀ ਬਣਨ ਨੂੰ ਤਿਆਰ ਹੋ ਜਾਂਦਾ ਹੈ। ਵਿਹਲਾ ਬੰਦਾ ਜਿਹਦੇ ਕੋਲ ਕੁਛ ਹੈ ਨਹੀਂ, ਕੋਈ ਅਨਪੜ੍ਹ ਹੈ, ਕੋਈ ਕੰਮਕਾਰ ਨਹੀਂ ਹੈਗਾ, ਉਹਨੇ ਚੱਕਿਆ ਬਾਣਾ ਪਾ ਲਿਆ, ਕੋਈ ਸੰਤ ਬਣ ਗਿਆ, ਕੋਈ ਨਿਹੰਗ ਬਣ ਗਿਆ। ਇੱਦਾਂ ਨਹੀਂ ਹੁੰਦਾ। ਕੋਈ ਤਰੀਕਾ ਹੋਣਾ ਚਾਹੀਦਾ ਹੈ। ਜਿਹੜੇ ਵੱਡੇ ਬੰਦੇ ਨੇ ਸਾਰੇ ਲੁਕੇ ਬੈਠੇ ਨੇ, ਕੋਈ ਨਹੀਂ ਬੋਲਦਾ। ਜਸਵੀਰ ਸਿੰਘ ਗੜੀ ਦਾ ਤੁਸੀਂ ਨਾਂ ਲਿਆ ਸੀ। ਹਾਂ ਬਿਲਕੁਲ, ਉਸੇ ਮਸਲੇ ਤੇ ਗੱਲਬਾਤ ਕਰਨੀ ਸੀ। ਤੁਸੀਂ ਓਪਨਿੰਗ ਤੇ ਜ਼ਿਕਰ ਕੀਤਾ ਸੀ ਕਿ ਇਹ ਅੰਦੋਲਨ ਕਈ ਸਿਆਸਤਾਂ ਨੂੰ, ਕਈ ਲੀਡਰਾਂ ਨੂੰ ਐਂ ਚੁੱਭਦਾ ਜਿਵੇਂ ਪੈਰ 'ਚ ਕੰਡਾ ਹੋਵੇ। ਹਾਂ, ਉਹ ਤਾਂ ਫਿਰ ਤੁਸੀਂ ਇਹ ਦੇਖੋ ਕਿ ਜੋ ਸਟੇਟ ਹੈ ਭਾਰਤ, ਜੋ ਸਰਕਾਰ ਹੈ, ਬੀਜੇਪੀ ਹਕੂਮਤ ਹੈ, ਉਹ ਜੋ ਪੱਤਾ ਖੇਡਣਾ ਚਾਹੁੰਦੀ ਹੈ, ਉਸੇ ਦੀ ਤਰਜ਼ ਤੇ ਜੋ ਗੜੀ ਸਾਹਿਬ ਨੇ BSP ਨਾਲ ਸਮਝੌਤਾ ਕੀਤਾ। ਮਾਇਆਵਤੀ ਨੇ ਇੱਕ ਟਵੀਟ ਕੀਤਾ ਹਿੰਦੀ 'ਚ, ਹੂਬਹੂ ਉਹੀ ਟਵੀਟ ਪੰਜਾਬੀ 'ਚ ਅਨੁਵਾਦ ਕਰਕੇ ਆਪਣਾ ਜਸਵੀਰ ਗੜੀ ਨੇ ਫੇਸਬੁੱਕ ਤੇ ਪਾਤਾ। ਉਹ ਮਤਲਬ ਤੁਸੀਂ ਤਾਂ ਫਿਰ ਉਹੀ ਬੋਲੀ ਬੋਲਦੇ ਹੋ ਨਾ ਜੋ ਹਕੂਮਤ ਬੋਲੀ ਬੋਲ ਰਹੀ ਹੈ। ਨਹੀਂ, ਜ਼ਰੂਰਤ ਨਹੀਂ ਹੈਗੀ ਗੁਰਜਿੰਦਰ ਜੀ। ਹਿੰਦੀ 'ਚ ਬੋਲਿਆ ਕਿਹਨੇ ਨਹੀਂ ਪੜ੍ਹਨਾ? ਤੁਸੀਂ ਆਪਦਾ ਵਿਊ ਦੇਣਾ ਸੀ ਉਹਦੇ ਤੇ। ਜਸਵੀਰ ਸਿੰਘ ਗੜੀ ਜੀ, ਤੁਸੀਂ ਆਪਣਾ ਵਿਊ ਦੇਣਾ ਸੀ। ਤੁਸੀਂ ਦੱਸਦੇ ਕਿ ਮੈਂ ਸਹਿਮਤ ਹੈਗਾ ਜਾਂ ਨਹੀਂ ਹੈਗਾ। ਤੁਸੀਂ ਤਾਂ ਕਹਿਦਾ ਵੀ ਮਾਇਆਵਤੀ ਦਾ ਟਵੀਟ ਹੈ ਜੀ ਪੰਜਾਬੀ 'ਚ, ਲੋਕਾਂ ਨੂੰ ਕੋਈ ਪੰਜਾਬੀ ਪੜ੍ਹਨੀ ਆਉਂਦੀ, ਹਿੰਦੀ ਨਹੀਂ ਪੜ੍ਹਨੀ ਆਉਂਦੀ। ਤੁਸੀਂ ਤਾਂ ਇਹ ਬਹਾਨਾ ਲੈ ਕੇ ਬਹਿ ਜਾਓਗੇ। ਹੁਣ ਤੁਸੀਂ ਦਿਖਾਣੀ ਸੀ ਜ਼ਰੂਰਤ। ਤੁਸੀਂ ਕਹਿੰਦੇ ਵੀ ਆਹ ਗਲਤ ਹੋਇਆ, ਤੁਸੀਂ ਕਿਉਂ ਨਹੀਂ ਕਿਹਾ? ਬਿਲਕੁਲ, ਤੁਸੀਂ ਅਕਾਲੀ ਦਲ ਨਾਲ ਗੱਠਜੋੜ ਕਰੇ ਆ ਨਾ, ਤਾਂ ਨਹੀਂ ਬੋਲੇ। ਨਹੀਂ ਤਾਂ ਤੁਸੀਂ ਕਹਿ ਦੇਣਾ ਸੀਗਾ ਗਲਤ ਹੈ, ਕਿਉਂ ਮਾਰਿਆ ਬੰਦਾ। ਪਰ ਉਹ ਜ਼ਰੂਰਤ ਨਹੀਂ ਹੈਗੀ ਹੁਣ। ਉਹ ਤੁਹਾਨੂੰ ਬੋਲਣ ਨਹੀਂ ਦਿੰਦੇ ਅਗਲੇ, ਕਿਉਂ? ਉਹਨਾਂ ਨੂੰ ਪੰਥਕ ਵੋਟ ਚਾਹੀਦੀ ਆ, ਇਸ ਕਰਕੇ ਨਹੀਂ ਬੋਲਣ ਦਿੰਦੇ। ਫਿਰ ਲਖੀਮਪੁਰ ਦੀ ਘਟਨਾ ਸੀ, ਉਹਨੂੰ ਦੱਬਣਾ ਸੀ, ਕਿੱਥੇ ਗਈ ਮੀਡੀਆ ਨੇ? ਉਹ ਗਈ ਪਤਾ ਧੂੜ 'ਚ ਰੋਲਤੀ। ਆਹ ਕੰਮ ਆ ਚੱਕਤਾ ਫਟਾਫਟ। ਸਿੱਖਾਂ ਦਾ ਬੰਦਾ ਸ਼ਰਮਨਾਕ ਤਾਲਿਬਾਨ ਜੇ ਕਰਨ ਦਾ ਮੌਕਾ ਕਿਹਨੇ ਦਿਆ? ਜੇ ਕੋਈ ਤਾਲਿਬਾਨੀ ਘਟਨਾ ਕਹਿ ਰਿਹਾ ਇਹਨੂੰ, ਤੇ ਕਿਹਨੇ ਮੌਕਾ ਦਿਆ ਉਹਨਾਂ ਨੂੰ ਤਾਲਿਬਾਨ ਤੁਹਾਨੂੰ ਕਹਿਣ ਦਾ? ਵੀ ਤੁਹਾਨੂੰ ਤਾਲਿਬਾਨ ਕਹੇ। ਪਹਿਲਾਂ ਹੀ ਲੋਕਾਂ ਦੇ ਮੁੰਡੇ ਮਰਵਾ ਰਹੇ ਹੋ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਤਾਲਿਬਾਨੀ ਸੋਚ ਮੁਤਾਬਕ ਉਹ ਬਾਲ ਕੱਟੀ ਫਿਰਦੇ ਨੇ। ਤੁਸੀਂ ਕਹਿੰਦੇ ਅਸੀਂ ਸਿੱਖਾਂ। ਤੁਸੀਂ ਸਿੱਖੀ ਦਾ ਖਾਤਮਾ ਤਾਂ ਤੁਸੀਂ ਕਰ ਰਹੇ ਹੋ। ਉਹਨਾਂ ਨੂੰ ਲੋਕ ਪੱਗ ਬੰਨਿਆ, ਦਾੜੀ ਰੱਖੀ ਦੇਖ ਕੇ ਅਗਲਾ ਗੋਲੀ ਮਾਰ ਦਿੰਦਾ। ਉਹਨਾਂ ਨਾਲ ਵਿਤਕਰਾ ਕਰਦੇ ਆ, ਉਹਨਾਂ ਨੂੰ ਉਹ ਸਮਝਦੇ ਨੇ ਜਿਹੜੇ ਲੋਕ ਜ਼ਾਲਮ ਨੇ। ਤੁਸੀਂ ਆਪਣੀ ਪਛਾਣ ਜ਼ਾਲਮਾਂ 'ਚ ਹੋਰ ਕਰ ਲਈ। ਮਤਲਬ ਦੇਖੋ ਨਾ ਤੁਸੀਂ, ਇਹ ਗੱਲ ਕਿੱਥੇ ਚਲੀ ਗਈ? ਜੇ ਉਸੇ ਨੂੰ ਫੜ ਕੇ, ਅਸਲ 'ਚ ਇਹ ਸਰਕਾਰਾਂ ਦੀ ਘਾਟ ਹੈ। ਅਸਲ 'ਚ ਇਹ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਜਾਂ SGPC ਸਿੱਧੇ ਤੌਰ 'ਤੇ ਜ਼ਿੰਮੇਵਾਰ ਆ, ਅਕਾਲ ਤਖਤ ਜਥੇਦਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਨੇ। ਪੰਜਾਬ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ, ਕਿਹਨੂੰ ਸਜ਼ਾ ਦਵਾ ਲਈ ਇਹਨਾਂ ਨੇ? ਬਿਲਕੁਲ, ਕਿਸ ਬੰਦੇ ਨੂੰ? ਜੇ ਇੱਥੇ ਇੱਕ ਘਟਨਾ ਸਰਕਾਰ ਵੇਲੇ ਵਾਪਰੀ ਹੈ,
ਜਦੋਂ ਸਰਕਾਰ ਸੀ ਮੌਜੂਦਾ, ਜੀ ਉਦੋਂ ਐਸਜੀਪੀਸੀ ਵੀ ਸੀ, ਅਕਾਲ ਤਖਤ ਦੇ ਜਥੇਦਾਰ ਵੀ ਸੀਗੇ, ਅਕਾਲੀਆਂ ਦੀ ਸਰਕਾਰ ਵੀ ਸੀਗੀ, ਉਦੋਂ ਹੀ ਕਾਰਵਾਈ ਕਿਉਂ ਨਹੀਂ ਹੋਈ? ਤੇ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਕੀ ਕਰਦੀਆਂ ਨੇ? ਇੱਥੇ ਕਿੰਨੀਆਂ ਸੈਂਕੜੇ ਹੀ ਹੋ ਗਈਆਂ। ਉਹ ਤੋਂ ਬਾਅਦ ਉਲਟਾ ਹੋ ਰਹੀਆਂ ਨੇ, ਵਧੀਆਂ ਨੇ, ਘਟੀਆਂ ਕਿੱਥੇ ਨੇ? ਤੇ ਕਿਸ ਨੂੰ ਸੋਧਾ ਲਾ ਲਿਆ ਬਈ? ਉੱਥੇ ਜਾ ਕੇ ਸੋਧਾ ਲਾਣਾ ਕਿੱਡੀ ਕੁ ਵੱਡੀ ਬਹਾਦਰੀ ਹੈ। ਫਿਰ ਨਾਲੇ ਤਾਂ ਪਤਾ ਨਹੀਂ ਹੈਗਾ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਵੀ ਸੀ ਕਿ ਨਹੀਂ ਹੈ ਸੀ। ਉਹ ਸਰਬ ਵੱਲੋਂ ਦੱਸੀ ਜਾਂਦੇ ਨੇ ਤੇ ਨਾ ਗੁਰੂ ਗ੍ਰੰਥ ਸਾਹਿਬ ਦਾ ਲਈ ਜਾਂਦੇ ਨੇ। ਉਹ ਸਰਬ ਵੱਲੋਂ ਗ੍ਰੰਥ ਹੁਣ ਪਤਾ ਨਹੀਂ ਕੀ ਹੈ, ਕਿੱਦਾਂ ਕਿੱਥੋਂ ਬਣਾਇਆ ਇਹਨਾਂ ਨੇ, ਆਪਾਂ ਨੂੰ ਇਸ ਬਾਰੇ ਨਹੀਂ ਪਤਾ। ਪਰ ਜਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਸਕਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦੂਜਾ ਕਿਹਨੇ ਰੱਖਤਾ? ਸੋ ਗੱਲਾਂ ਬਹੁਤ ਨੇ, ਇਹਨਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ, ਲੋਕਾਂ ਨੂੰ ਸੋਚਣਾ ਚਾਹੀਦਾ। ਐਵੇਂ ਚੱਕ ਕੇ ਪੂੰਛ ਨੂੰ ਅੱਗ ਲਾ ਕੇ ਦੌੜੇ ਫਿਰੀ ਜਾਂਦੇ ਨੇ ਤਾਂ ਕੋਈ ਫਾਇਦਾ ਨਹੀਂ ਹੈਗਾ। ਅਕਾਲੀ ਦਲ ਦਾ ਕਿੱਦਾਂ ਦਾ ਬਿਆਨ ਆਇਆ? ਪ੍ਰਕਾਸ਼ ਸਿੰਘ ਬਾਦਲ ਪੰਥਕ ਕਹਾਉਂਦੇ ਨੇ, ਕੀ ਨਿਹੰਗ ਸਿੰਘ ਪੰਥਕ ਨਹੀਂ ਹੈਗੇ? ਜਾਂ ਤਾਂ ਕੱਢਣ ਉਹਨਾਂ ਨੂੰ ਵੀ ਸਾਡੇ ਪੰਥ ਦਾ ਹਿੱਸਾ ਨਹੀਂ ਹੈਗੇ। ਫਿਰ ਕਹਿੰਦੇ ਦੋਵਾਂ ਦੀ ਜਾਂਚ ਹੋਵੇ, ਫਿਰ ਦੋਵਾਂ ਦੀ ਜਾਂਚ ਕਿਉਂ ਕਰਾਈ ਜਾ ਰਹੀ ਹੈ? ਗੱਲ ਤਾਂ ਫਿਰ ਉਹੀ ਆ ਗਈ ਨਾ ਵੀ ਇੱਕ ਪਾਸੇ ਕਿਉਂ ਨਹੀਂ ਖੜ ਰਹੇ? ਇੱਕ ਧਿਰ ਸਹੀ ਜਾਂ ਗਲਤ ਤਾਂ ਹੋਊਗੀ, ਉਹਨੂੰ ਸਹੀ, ਜਿਹੜਾ ਤੁਹਾਨੂੰ ਸਹੀ ਲੱਗਦਾ ਉਹਨੂੰ ਸਹੀ ਕਿਉਂ ਨਹੀਂ ਕਹਿ ਰਹੇ? ਜਾਂ ਕੰਡੈਮ ਕਰੋ ਵੀ ਜਿਹੜਾ ਕਤਲ ਹੋਇਆ ਉਹ ਗਲਤ ਕੀਤਾ, ਜਾਂ ਤਾਂ ਇਹ ਗੱਲ ਕਰੋ, ਜਾਂ ਕਹੋ ਵੀ ਨਿਹੰਗ ਸਿੰਘਾਂ ਨੇ ਠੀਕ ਕੀਤਾ। ਭਾਈ ਦੋਨੋਂ ਪਾਸੇ ਪੈਰ ਰੱਖਦਾ ਵੀ ਦੇਖੀ ਜਾਊ, ਜੋ ਕਰਨਾ ਕਹਿ ਦੋ, ਦੇਖੀ ਜਾਊ। ਕੱਲ ਨੂੰ ਦਲਿਤਾਂ ਦੇ ਵੀ ਹੋ ਜਾਣਗੇ, ਦਲਿਤ ਕਥਿਤ ਤੌਰ ਤੇ ਜਿਹੜੇ ਦਲਿਤ ਸ਼ਬਦ ਵਰਤਦੇ ਨੇ। ਸਿਆਸਤਾਂ ਤਾਂ ਬਾਹਰ ਹੋ ਗਈਆਂ ਨੇ ਇਹ ਬਿਆਨ ਦੇ ਕੇ ਕਿ ਜਾਂਚ ਹੋਵੇ। ਨਹੀਂ ਫਿਰ ਪੰਥਕ ਕਾਹਦੇ ਰਹੇ? ਫਿਰ ਪੰਥਕ ਕਾਹਦੇ ਰਹੇ? ਕੌਣ ਬੋਲ ਰਿਹਾ ਅੱਜ? ਉਹ ਲਖੀਮਪੁਰ ਦੀ ਘਟਨਾ ਐਡੀ ਬੜੀ ਘਟਨਾ ਸੀਗੀ, ਸਭ ਦੱਬਣ ਦੇ ਲਈ, ਸਭ ਦੱਬ ਕੇ ਉਹ ਮਾਰੀ ਚੱਕ ਕੇ। ਇੱਕ ਛੋਟੀ ਜਿਹੀ ਐਡੀ ਗੱਲ ਇਹਨਾਂ ਨੇ ਚੱਕ ਕੇ ਉਹਦਾ ਹਊਆ ਬਣਾਤਾ, ਮੀਡੀਆ ਨੂੰ ਹੋਰ ਅੱਗ ਲੱਗ ਗਈ। ਮੀਡੀਆ ਨੇ ਤਾਂ ਲਾਉਣੀ ਸੀਗੀ, ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਲਾ ਕੇ ਉਹ ਲਖੀਮਪੁਰ ਤੋਂ ਬਚਾਤਾ। ਉਹ ਬੰਦੇ ਮਾਰੇ ਗਏ ਜਿਹੜੇ ਵਿਚਾਰੇ, ਉਹਨਾਂ ਨੂੰ ਖਤਮ ਕਰਤਾ। ਹੁਣ ਚਾਹੇ ਜੇ ਇਹ ਘਟਨਾ ਹੈਗੀ ਆ, ਜੇ ਬੀਬਾ ਮਾਇਆਵਤੀ ਜਿਹੜੀ ਹੈਗੀ ਆ ਮੰਗ ਕਰ ਰਹੀ ਹੈ 50 ਲੱਖ ਦੀ, ਆਪ ਕਿਉਂ ਨਹੀਂ ਦਿੰਦੀ? ਤੁਸੀਂ ਇੱਕ ਗੱਲ ਹੋਰ ਦੇਖੋ, ਜਿਹੜੇ ਬੰਦੇ ਇਹ ਗੱਲ ਆਪ 50 ਲੱਖ ਦਾ ਦੇ ਦੇਵੇ ਨਾ ਮੁਆਵਜ਼ਾ, ਕਿਸੇ ਗੱਲ ਦਾ ਆਪ ਆਵੇ ਅੱਗੇ ਮੈਂ ਹੈਲਪ ਕਰਦੀ ਆ ਭਾਈ ਇਹਨਾਂ ਦੇ ਪਰਿਵਾਰ ਦੀ। ਉਹ ਸਿੱਧੇ ਤੌਰ ਤੇ ਕਿਉਂ ਨਹੀਂ ਆਉਂਦੀ? ਆਪ ਕਿਉਂ ਨਹੀਂ ਆਉਂਦੇ ਸਾਹਮਣੇ? ਦਲਿਤ ਜਿਹੜੇ ਜਿਨ੍ਹਾਂ ਨੂੰ ਦਲਿਤ ਕਹਿ ਕੇ ਪੱਤਾ ਖੇਡ ਕੇ ਤੁਸੀਂ ਕਥਿਤ ਤੌਰ ਤੇ ਦਲਿਤ ਸ਼ਬਦ ਵਰਤ ਕੇ ਤੁਸੀਂ ਵੋਟਾਂ ਪਵਾਉਂਦੇ ਹੋ, ਅੱਜ ਤਾਂ ਉਹ ਵੀ ਗਰੀਬ ਬੈਠੇ ਹੀ ਨੇ, ਸਾਰੇ ਕਿਤੇ ਹੀ ਬੈਠੇ ਨੇ, ਪੰਜਾਬ 'ਚ ਨਹੀਂ ਬੈਠੇ, ਯੂਪੀ 'ਚ ਨਹੀਂ ਬੈਠੇ। ਉਹਨਾਂ ਨੇ ਕਿੰਨੀ ਕੁ ਮਦਦ ਕਰ ਲਈ? ਕਿਹਨੇ ਕਰ ਲਈ? ਅੱਜ ਕਿਉਂ ਨਹੀਂ ਕਰਦੇ? ਚਲੋ ਮੁਆਵਜ਼ਾ ਦੇਣਾ ਤੁਸੀਂ ਆ ਕੇ ਦੇ ਦਿਓ, ਤੁਹਾਨੂੰ ਰੋਕਦਾ ਕੋਈ ਪੰਜਾਬ ਆਉਣ ਤੋਂ? ਤੁਹਾਡੇ ਤੇ ਬੈਨ ਥੋੜੀ ਹੈ, ਦੇਵੇ ਤਾਂ ਚੰਨੀ ਦੇ ਦੇਵੇ। ਚੰਨੀ ਫੇਰ ਚੁੱਪ ਹੈ, ਚੰਨੀ ਨੂੰ ਕੀ ਲੈਣਾ ਸੀ ਐਮ? ਬਿਲਕੁਲ ਨਹੀਂ, ਇੱਕ ਭਾਈਚਾਰੇ ਦੀ ਨੁਮਾਇੰਦਗੀ ਤਾਂ ਤੁਸੀਂ ਕਰਦੇ ਹੋ ਨਾ। ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਇਹਨਾਂ ਦੇ ਬਾਲੀ ਆ, ਇਹ ਸਾਡੇ ਵਾਰਸ ਨੇ, ਅਸੀਂ ਹੀ ਇਹਨਾਂ ਨੂੰ ਬਚਾਵਾਂਗੇ। ਆਹੀ ਗੱਲ ਮੈਂ ਕਹਿ ਰਿਹਾ। ਜੇ ਉਹ ਕਥਿਤ ਤੌਰ ਤੇ ਦਲਿਤ ਸ਼ਬਦ ਦੀ ਪੈਰ ਵੀ ਕਰਦੇ ਨੇ, ਉਹਨਾਂ ਗਰੀਬਾਂ ਦੀ ਪਾਰਟੀ ਕਹਾਉਂਦੇ ਨੇ, ਇਦਾਂ ਹੀ ਅਕਾਲੀ ਦਲ ਪੰਥਕ ਪਾਰਟੀ ਕਹਾਉਂਦੀ ਹੈ। ਐਵੇਂ ਹੀ ਪੰਥਕ ਪਾਰਟੀ ਦੇ ਵਿੱਚ ਨਿਹੰਗ ਸਿੰਘ ਵੀ ਆਉਂਦੇ ਨੇ। ਫਿਰ ਸਿੱਧੇ ਡਾਇਰੈਕਟ ਤੌਰ ਤੇ ਕਿਉਂ ਨਹੀਂ ਆਉਂਦੇ ਹੈਲਪ ਕਰਨਾ? ਕਿਉਂ ਲੋਕਾਂ ਨੂੰ ਉਕਸਾ ਰਹੇ ਨੇ? ਕਿਉਂ ਲੋਕਾਂ ਨੂੰ ਭੜਕਾ ਰਹੇ ਨੇ? ਕਿਉਂ ਲੋਕਾਂ ਲਈ ਕੰਡੇ ਬੀਜ ਰਹੇ ਉਹਨਾਂ ਦੇ ਫਿਊਚਰ ਵਾਸਤੇ? ਕਿਉਂ ਲੋਕਾਂ ਦੇ ਪੁੱਤ ਮਰਵਾਉਣ ਨੂੰ ਅੱਗੇ ਗਏ ਉਹ? ਨਹੀਂ ਪਰਮਿੰਦਰ ਜੀ, ਇੱਕ ਗੱਲ ਤੁਸੀਂ ਹੋਰ ਦੇਖੋ ਕਿ ਜਦੋਂ ਲਖੀਮਪੁਰ ਘਟਨਾ ਵਾਪਰੀ, ਜਿਹੜੇ ਕਹਿੰਦੇ ਨੇ ਕਿ ਦਲਿਤ ਮਾਰਿਆ ਗਿਆ, ਮਤਲਬ ਵੰਡਣ ਦੀ, ਧਰਮਾਂ ਦੀ, ਜਾਤਾਂ ਦੀ ਰਾਜਨੀਤੀ ਕਰਦੇ ਆ ਨਾ, ਜਿਹੜੇ ਕਹਿੰਦੇ ਨੇ ਕਿ ਦਲਿਤ ਮਾਰਿਆ ਗਿਆ। ਜਦੋਂ ਯੂਪੀ ਦੇ ਵਿੱਚ 4 ਕਿਸਾਨ ਮਾਰੇ ਗਏ ਸੀ ਤੇ ਉਦੋਂ ਕਹਿੰਦੇ ਸੀ ਕਿਸਾਨ ਮਾਰੇ ਗਏ ਆ, ਤਾਂ ਪਰ ਉਦੋਂ ਸਿੱਖ ਕਿਉਂ ਨਹੀਂ ਵਰਤਦੇ? ਆ ਵੀ ਦੇਖੋ ਨਾ, ਗੱਲ ਸਿਰਫ ਹੋਈ ਹੈ ਸਿਆਸਤ ਦਾ ਇੱਕੋ ਇੱਕ ਰੂਪ ਰਹਿ ਗਿਆ ਵੋਟਾਂ, ਤੇ ਉਹ ਕਿਵੇਂ ਲੈਣੀਆਂ ਨੇ, ਕਿਵੇਂ ਵੰਡੀਆਂ ਪਾਣੀਆਂ ਨੇ। ਅਸੀਂ ਤਾਂ ਅੱਜ ਤੱਕ ਰੌਲਾ ਹੀ ਪਾਉਂਦੇ ਆਏ ਹਾਂ। ਅਸੀਂ ਵੀ ਰੌਲਾ ਪਾਉਂਦੇ ਹਾਂ। ਸਾਰੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ ਉਹ ਤਾਂ ਅੱਜ ਵੀ ਰੌਲਾ ਪਾ ਰਹੇ ਨੇ ਕਿ ਬੇਅਦਬੀ ਦਾ ਹਿਸਾਬ ਕੌਣ ਦਵਾਊਗਾ। ਸਿੱਧੂ ਨੇ ਬੀੜਾ ਚੁੱਕਿਆ ਸੀ, ਉਹ ਵੀ ਠੁੱਸ। ਆ ਚੰਨੀ ਹੁਣੀ ਬੋਲਦੇ ਸੀਗੇ CM ਬਣ ਗਏ ਜਿਹੜੇ, ਉਹ ਵੀ ਠੁੱਸ। ਰੰਧਾਵਾ ਸਾਹਿਬ ਹੁਣੀ ਬੋਲਦੇ ਸੀ, ਉਹ ਵੀ ਠੁੱਸ। ਕੌਣ ਬੋਲ ਰਿਹਾ ਅੱਜ? ਬੇਅਦਬੀਆਂ ਦਾ ਮੁੱਦਾ ਕਿਸ ਕੋਲ ਅੱਜ? ਕੈਪਟਨ ਨੇ ਕੱਖ ਨਹੀਂ ਕੀਤਾ, ਸੁਖਬੀਰ ਬਾਦਲ ਹੋਰਾਂ ਨੇ ਕੱਖ ਨਹੀਂ ਕੀਤਾ। ਜਥੇਬੰਦੀਆਂ ਉੱਥੇ ਚੱਕ ਕੇ ਧਰਨੇ ਲਾ ਕੇ ਉਹ ਚੱਕ ਕੇ ਦੌੜ ਗਈਆਂ, ਅੱਜ ਫੇਰ ਰੌਲਾ ਜਿਹਾ ਪਾਉਣ ਲੱਗ ਗਈਆਂ। ਠੀਕ ਹੈ, ਕੌਣ ਦਵਾਊਗਾ? ਉਹ ਤਾਂ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਂਦਾ, ਕੱਲ ਵੀ ਪਹੁੰਚਾਉਂਦਾ ਸੀ, ਅੱਗੇ ਵੀ ਪਹੁੰਚਾਉਂਦਾ ਰਹੂਗਾ। ਜਿੱਦਾਂ 84 ਦੀ ਪੀੜ ਲੈ ਕੇ ਲੋਕ ਸੁਲਗਦੇ ਰਹੇ, ਐਦਾਂ ਇਹ ਪੀੜ ਲੈ ਕੇ ਸੁਲਗਦੇ ਰਹੇ ਨੇ, ਹੁਣ ਅੱਗੇ ਫੇਰ ਸੁਲਗਦੇ ਰਹਿਣਗੇ। ਇਹਨਾਂ ਦੇ ਘਰੋਂ ਇਨਸਾਫ ਕਿੱਥੇ ਹੈ? ਇਹਨਾਂ ਨੇ ਤਾਂ ਵੰਡੀਆਂ ਪਾ ਕੇ ਲੋਕਾਂ ਦੇ ਪੁੱਤਾਂ ਨੂੰ ਅੱਗੇ ਕਰਕੇ, ਉਹਨਾਂ ਦੇ ਹੱਥਾਂ 'ਚ ਹਥਿਆਰ ਫੜਾ ਕੇ, ਉਹਨਾਂ ਨੂੰ ਅੰਦਰ ਕਰਾ ਕੇ, ਜਾਂ ਧੀਆਂ ਦੀਆਂ ਪਤਾਂ ਰੋਲ ਕੇ, ਜਾਂ ਕਤਲ ਕਰਵਾ ਕੇ ਲੋਕਾਂ ਦੇ ਪੁੱਤ, ਫਿਰ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ।
ਇਹਨਾਂ ਕੋਲ ਹੋਰ ਕੁਛ ਨਹੀਂ, ਕਿਉਂ ਭਾਲਦੇ ਹੋ, ਕੀ ਭਾਲਦੇ ਹੋ ਤੁਸੀਂ, ਕਿਹਨੇ ਦਵਾਤਾ? ਨਾ ਲਿਓ ਕਿਸੇ ਇੱਕ ਦਾ ਵੀ ਆਏ ਨੇ ਇਨਸਾਫ ਦਿਵਾਉਣ ਦੀ ਗੱਲ ਕੀਤੀ ਹੋਵੇ, ਕਿਹਨੇ ਦਵਾਤਾ? ਕੁਰਸੀ ਦੇ ਪਿੱਛੇ ਜਿੱਥੇ ਆ ਦਿੱਲੀ ਦੌੜ ਜਾਂਦੇ ਨੇ, 1 ਮਿੰਟ ਲੱਗਦਾ ਕਿਸੇ ਬੰਦੇ ਦੇ ਕੋਈ ਘਰ ਕੇ ਪੰਜਾਬ ਦੇ ਵਿੱਚ ਕਿਸੇ ਬੰਦੇ ਦੇ ਕੋਈ ਕੁਛ ਹੋ ਜੇ, ਗਰੀਬ ਬੰਦੇ ਦੇ ਕੌਣ ਆਉਂਦਾ ਹੈ? ਬੁਲਾਏ ਤੋਂ ਨਹੀਂ ਆਉਂਦੇ ਫੰਕਸ਼ਨ 'ਚ। ਆ ਦਿੱਲੀ ਚਲੇ ਜਾ, ਅੱਜ ਬੁਲਾ ਲਵੇ ਕੋਈ, ਹੁਣੀ ਦੌੜ ਜਾਣਾ ਇਹਨਾਂ ਨੇ, ਚਾਹੇ ਜਹਾਜ਼ ਕਰਕੇ ਜਾਣਾ। ਆ ਕਰੋੜਾਂ ਰੁਪਏ ਦੇ ਪੋਸਟਰ ਅਖਬਾਰਾਂ ਦੇ ਵਿੱਚ ਰੋਜ਼ ਛਾਪ ਰਹੇ ਨੇ, CM ਸਾਹਿਬ, ਚੰਨੀ ਸਾਹਿਬ। ਇਹੀ ਪੈਸਾ ਲੋਕਾਂ ਗਰੀਬਾਂ 'ਚ ਵੰਡ ਦਿੰਦੇ, ਕਿਉਂ ਨਹੀਂ ਵੰਡਦੇ? ਕਿਉਂ? ਪਤਾ ਹੈ ਜੇ ਇਹਨਾਂ ਨੂੰ ਬਰਾਬਰ ਲਿਆ ਕੇ ਖੜਾਤਾ ਨਾ, ਵੋਟ ਕਿਹਨੇ ਪਾਣੀ ਹੈ? ਇਹ ਤਾਂ ਦਾਲ ਚੌਲ ਤੇ ਵਿਕਣਗੇ। ਇਹੀ ਪੈਸਾ ਇਹਨਾਂ ਨੂੰ ਦਾਲ ਚੌਲ ਵਾਸਤੇ ਵੰਡ ਦੇਣਾ। ਉਦੋਂ ਚੋਣਾਂ 'ਚ 2 ਬੋਤਲਾਂ ਘਰੇ ਪਹੁੰਚਾ ਦੇਣੀਆਂ ਨੇ, ਆਟਾ ਦਾਲ ਸਕੀਮ ਦੇ ਦਿਓ, ਚਲੋ ਜੀ। ਇਹ ਚੁੱਪ ਕਰਕੇ ਵੋਟਾਂ ਪਾ ਦੇਣਗੇ, ਉਸ ਤੋਂ ਬਾਅਦ ਇਹ ਕੁਸਕਦੇ ਨਹੀਂ। ਫਿਰ ਉਹ ਹਾਲ ਹੈ। ਇਹ ਬੜੀਆਂ ਗੰਭੀਰ ਚੀਜ਼ਾਂ ਨੇ, ਇਹਨਾਂ ਨੂੰ ਸੋਚਣਾ ਚਾਹੀਦਾ। ਸਭ ਤੋਂ ਵੱਧ ਤਕਲੀਫ ਤਾਂ ਉੱਥੇ ਹੀ ਹੁੰਦੀ ਹੈ ਜਦੋਂ ਤੁਸੀਂ ਇਹਨਾਂ ਲੋਕਾਂ ਦਾ ਸਹਾਰਾ ਲੈ ਕੇ, ਇਹਨਾਂ ਨੂੰ ਵੰਡ ਕੇ, ਇਹਨਾਂ ਨੂੰ ਮਰਵਾ ਕੇ, ਇਹਨਾਂ ਦੇ ਲਾਸ਼ਾਂ ਦੇ ਉੱਪਰ ਬੈਠ ਕੇ ਤੁਸੀਂ ਕੁਰਸੀ ਡਾਹਨੇ ਹੋ। ਉੱਥੇ ਤਕਲੀਫ ਹੁੰਦੀ ਹੈ। ਉੱਥੇ ਹੁਣ ਲੋਕ ਸਮਝਦੇ ਨਹੀਂ, ਕੀ ਕਰੀਏ? ਲੋਕਾਂ ਨੂੰ ਉਹਨਾਂ ਦੀ ਸੋਚ ਗਰਕ ਕਰਤੀ, ਪੜ੍ਹਾਈ ਤੋਂ ਦੂਰ ਕਰਤਾ ਜੀ। ਪਰਮਿੰਦਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਸਿੱਖ ਸੰਸਥਾਵਾਂ ਨੇ, ਸਿੱਖ ਜਥੇਬੰਦੀਆਂ ਨੇ, ਭਾਵੇਂ SGPC ਹੋਵੇ, ਉਹਨਾਂ ਨੂੰ ਗੌਰ ਨਾਲ ਬਚਣਾ ਚਾਹੀਦਾ ਇਹ ਮਾਮਲਾ। ਪਰ ਲੜੀ ਤਾਂ ਸਾਰੇ ਚੌਧਰਾਂ ਪਿੱਛੇ ਜਾਂਦੇ ਆ। ਉਹ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਜੋ ਹੋਇਆ, ਉਹ ਭਾਈ ਰਾਜਾ ਸਿੰਘ ਨੇ, ਉਹਨਾਂ ਦੀ ਅਵਤਾਰ ਸਿੰਘ ਹਿੱਤ ਨਾਲ ਜੋ ਹੋਇਆ, ਉਹ ਸਭ ਤੁਹਾਡੇ ਸਾਹਮਣੇ। ਤਾਂ ਫਿਰ ਆਸ ਕੀ ਕਰੀਏ ਸਿੱਖ ਸੰਸਥਾਵਾਂ ਤੋਂ? ਕੀ ਉਮੀਦਾਂ ਕਰੀਏ ਕਿ ਇਹ ਕੌਮ ਦੇ ਮਸਲੇ ਸੁਲਝਾਉਣ ਦੀ ਥਾਂ ਇਹ ਤਾਂ ਆਪਸ 'ਚ ਉਲਝੇ ਪਏ ਹੈ? ਦੇਖੋ, ਪ੍ਰਤੱਖ ਹੈ, ਕੁਛ ਵੀ ਲੁਕੋਇਆ ਨਹੀਂ ਇਹਨਾਂ ਨੇ ਜੀ। ਇੰਨੇ ਕੁ ਬੰਦੇ ਸਾਫ਼ ਨੇ, ਚਾਹੇ SGPC ਆ, ਚਾਹੇ ਪੰਥਕ ਹੋਣ ਵਾਲੀ ਆ, ਦਿੱਲੀ ਪਾਰਟੀ ਜਾਂ ਪੰਜਾਬ ਦੀ ਪਾਰਟੀ ਹੈ, ਚਾਹੇ ਪਟਨਾ ਸਾਹਿਬ ਆ, ਦਮਦਮਾ ਸਾਹਿਬ, ਜੋ ਵੀ ਹੈ, ਚਾਹੇ ਜਥੇਦਾਰ ਹੋਣੇ। ਇੱਕ ਗੱਲ ਤਾਂ ਸਾਫ਼ ਹੈ, ਜੋ ਕਰਦੇ ਨੇ ਸ਼ਰੇਆਮ ਕਰਦੇ ਨੇ, ਹੈ ਨਾ। ਕੋਈ ਰੁਕਣ ਵਾਲਾ ਤਾਂ ਹੈ ਨਹੀਂ। ਤੇ ਪਤਾ ਹੈ ਕਿ ਇਹ ਲੋਕ ਮੂਰਖ ਨੇ, ਸਾਡੇ ਮਗਰ ਲੱਗੇ ਜਾਣਗੇ। ਤੇ ਉਹ ਚੀਜ਼ ਹੈ। ਟਾਸਕ ਫੋਰਸ ਅੰਮ੍ਰਿਤਸਰ 'ਚ ਕੀ, ਉੱਥੇ ਤਲਵਾਰਾਂ ਨਹੀਂ, ਉੱਥੇ ਦਸਤਾਰਾਂ ਨਹੀਂ ਉਤਰਦੀਆਂ, ਉੱਥੇ ਬੇਅਦਬੀਆਂ ਨਹੀਂ ਹੁੰਦੀਆਂ? ਇਹ ਪੁੱਛਿਆ ਜਾਵੇ ਇਹਨਾਂ ਨੂੰ, ਟਾਸਕ ਫੋਰਸ ਕੀ ਕੰਮ ਕਰਦੀ ਹੈ? ਜੂਨ ਦੇ ਮਹੀਨੇ ਵਿੱਚ ਹਰ ਸਾਲ ਕੀ ਹੁੰਦਾ? ਉਹ ਦੱਸਣ ਨਾ, ਉਹ ਕੌਣ ਦੱਸੂਗਾ? ਪੁੱਛੂਗਾ ਕੌਣ? ਤੇ ਉੱਥੇ ਜਿਹੜਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ, ਉਹ ਮਰਿਆਦਾ ਦਾ ਘਾਣ ਨਹੀਂ ਹੈਗਾ? ਉਹ ਕਿਹਨੇ ਕਰਵਾਇਆ? ਕੌਣ ਨੇ ਉਹ ਬੰਦੇ? ਚੌਧਰਾਂ ਕਿਹਨਾਂ ਨੂੰ ਚਾਹੀਦੀਆਂ ਨੇ? ਆਮ ਲੋਕਾਂ ਨੂੰ ਚਾਹੀਦੀਆਂ ਨੇ। ਕਦੇ ਆਮ ਲੋਕ ਨੂੰ ਦੇਖਿਆ ਤੁਸੀਂ ਵੀ ਹਾਂ ਚਲੋ ਇਹ ਆਮ ਬੰਦਾ ਬੜਾ ਦੇਰ ਤੋਂ 10 ਸਾਲ ਹੋ ਗਏ ਲਗਾਤਾਰ ਗੁਰਦੁਆਰੇ ਦੀ ਸੇਵਾ ਕਰਦਾ, ਇਹਨੂੰ ਮੈਨੇਜਰ ਬਣਾ ਦਊ? ਕਦੇ ਹੋਇਆ? ਵੀ ਨਿਸ਼ੁਲਕ ਸੇਵਾ ਕਰਦਾ ਆ ਰਿਹਾ ਬੰਦਾ, ਕਦੇ ਹੋਇਆ ਕਿ ਇੱਦਾਂ ਦਾ? ਆਮ ਬੰਦਾ ਤਾਂ ਉਹ ਹੈ। ਤੁਸੀਂ ਤਾਂ ਚੌਧਰਾਂ ਦਿੰਦੇ ਹੋ ਵੀ ਹਾਂ ਮੇਰਾ ਬੰਦਾ ਕਿੰਨੇ ਪੈਸੇ ਦਊਗਾ, ਆ ਮੇਰਾ ਬੰਦਾ ਇਹਨੂੰ ਐਡਜਸਟ ਕਰਨਾ ਹੈ, ਇਹ ਮੇਰਾ ਭਾਣਜਾ ਹੈ, ਮੇਰਾ ਜਵਾਈ ਹੈ, ਮੇਰਾ ਫਲਾਣਾ ਹੈ, ਸਾਲਾ ਹੈ, ਇਹ ਉਹ ਹੈ। ਉਹਨਾਂ ਨੂੰ ਚੌਧਰਾਂ ਦਿੰਦੇ ਹੋ ਤੁਸੀਂ। ਸ਼੍ਰੋਮਣੀ ਕਮੇਟੀ 'ਚ ਕਿੰਨੇ ਗੈਰ ਕਾਨੂੰਨੀ ਰੱਖੇ ਹੋਏ ਨੇ? ਉਹੀ ਗੱਲ ਕਰਦੇ ਆ ਕਿ ਇਹ ਚੌਧਰਾਂ ਦੀਆਂ ਲੜਾਈਆਂ ਨੇ, ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਆ। ਮਰਿਆਦਾ ਦਾ ਘਾਣ ਹੋਇਆ, ਐ ਕਰ ਦਾਂਗੇ, ਬੀਬੀ ਜਗੀਰ ਕੌਰ ਬੋਲੀ ਜਾਂਦੇ ਨੇ, ਐ ਹੋ ਗਿਆ। ਇਹ ਬੜਾ ਗੰਭੀਰ ਵਿਸ਼ਾ, ਅਸੀਂ ਚਿੰਤਾ ਪ੍ਰਗਟ ਕਰ ਰਹੇ ਹਾਂ। ਲਓ ਕਰ ਲਓ ਚਿੰਤਾ ਪ੍ਰਗਟ, ਉੱਥੇ ਵੀ ਕਰ ਲਓ। ਪਟਨਾ ਸਾਹਿਬ ਤਾਂ ਕਰਤੀ ਹੋਣੀ, ਇੱਥੇ ਵੀ ਕਰ ਦਿਓ। ਦਿੱਲੀ ਵਾਲੇ ਘਟਨਾਕ੍ਰਮ 'ਚ ਤੇ ਲਖੀਮਪੁਰ ਵਾਲੇ 'ਚ ਵੀ ਕਰ ਦਿਓ। ਬੜਾ ਚਿੰਤਾ, ਇੰਨੀ ਚਿੰਤਾ ਨਾ ਕਰਿਆ ਕਰੋ ਪੰਥ ਦੀ। ਲੋਕਾਂ ਦੀ ਇੰਨੀ ਚਿੰਤਾ ਕਾਹਨੂੰ ਕਰਨੀ ਹੈ? ਕਿਤੇ ਹੋਈ ਨਾ ਸਮਰ ਜਾਣ, ਵਿਚਾਰਿਆਂ ਦਾ ਜੀਵਨ ਇੰਨਾ ਸੁਧਰ ਜੇ। ਉਹ ਇਹ ਸਿਰਫ ਚਿੰਤਾ ਕਰਨ ਜੋਗੇ ਹੀ ਨੇ। ਬੜੀ ਗੰਭੀਰ ਘਟਨਾ ਵਾਪਰੀ ਹੈ ਜੀ। ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਬਸ ਇੰਨੀ ਨਿਖੇਧੀ ਕਰਦੇ ਨੇ ਕਿ ਬੰਦਾ ਮਤਲਬ ਜਿਹਨੇ ਘਟਨਾ ਕੀਤੀ ਹੁੰਦੀ ਹੈ, ਗਲਤ ਕੰਮ ਕਰਿਆ, ਸ਼ਰਮ ਨਾਲ ਹੀ ਮਰ ਜਾਂਦਾ ਵੀ ਇੰਨੀ ਜ਼ਿਆਦਾ ਸਖਤ ਸ਼ਬਦਾਂ ਦੀ ਨਿੰਦਾ ਕਰਤੀ। ਇਹ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਤੁਸੀਂ ਕਾਹਦੇ ਵਾਸਤੇ ਬੈਠੇ ਹੋ? ਗੋਗੜਾ ਵਧਾਈਆਂ ਹੁੰਦੀਆਂ ਨੇ, ਮਤਲਬ ਬਸ ਕੁਛ ਕਹਿ ਹੀ ਨਹੀਂ ਸਕਦੇ। ਇਹਨਾਂ ਦਾ ਹਵਾ ਉੱਤੇ ਪਿਆ, ਇਹਨਾਂ ਨੇ ਕੱਖ ਨਹੀਂ ਸਵਾਰਿਆ ਕੌਮ ਦਾ। ਅੱਜ ਕੌਮ ਦੇ ਹਾਲਾਤ ਜਿਹੜੇ ਆ ਉਹ ਇੱਦਾਂ ਦੇ ਹੋ ਗਏ ਆ। ਕੋਈ ਵੀ ਬੰਦਾ ਬਾਹਰ ਜਾ ਕੇ ਇੱਕ ਐਂ ਕਹਿ ਲਓ ਕਿ ਗੁਰੂ ਕਾ ਸਿੱਖ ਖਵਾਉਣ ਤੋਂ ਗੁਰੇਜ਼ ਕਰਦਾ, ਪਤਾ ਨਹੀਂ ਕੀ ਹੋ ਜਾਊਗਾ। ਇਹ ਸਿਰਫ ਇਹਨਾਂ ਦੀ ਬਦੌਲਤ ਹੈ। ਇਹ ਗੁਰਦੁਆਰਿਆਂ ਤੇ ਕਾਬਜ਼ ਹੋ ਕੇ ਆਮ ਲੋਕਾਂ ਦੇ ਡੰਡੇ ਮਾਰਦੇ ਨੇ। ਇੱਕ ਵੀਡੀਓ ਵਾਇਰਲ ਹੋਈ ਹੈ, ਤੁਸੀਂ ਦੇਖੇ ਰਹੇ ਹੋ ਜੀ, ਕਿਸੇ ਗੁਰਦੁਆਰੇ ਦੀ ਹੈ। ਉੱਥੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਜਾਂ ਕੌਣ ਹੈ, ਕੋਈ ਸੇਵਾਦਾਰ ਹੈ ਜਾਂ ਕਰਮਚਾਰੀ ਹੈ, ਕਿੱਦਾਂ ਦਾ ਮੁਲਾਜ਼ਮ ਆ, ਉਹ ਆਮ ਬੰਦੇ ਨੂੰ ਕੁੱਟੀ ਜਾ ਰਹੇ ਆ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ। ਉਹ ਹੁਣ ਮਤਲਬ ਇਹਨਾਂ ਦਾ ਜਵਾਬ ਕੋਈ ਨਾ ਮੰਗਦਾ ਨਾ ਕੋਈ ਦਿੰਦਾ। ਬਸ ਵੋਟਾਂ ਵੇਲੇ ਆਉਂਦੇ ਨੇ, ਜੱਫੀਆਂ ਪਾਉਂਦੇ ਨੇ ਵੋਟਾਂ ਲੈ ਕੇ, ਇਹਨਾਂ ਨੂੰ ਡੰਡਾ ਕੁੱਟ ਕਰਦੇ ਨੇ ਫਿਰ। ਤੇ ਜਿਵੇਂ ਕਹਿੰਦੇ ਨੇ ਹੁੰਦੇ ਉਹ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚ, ਉਹ ਹਾਲ ਹੈ। ਤੇ ਇਹ ਉਸੇ ਕਹਾਵਤ ਦਾ ਇੱਕ ਹਿੱਸਾ ਨੇ ਜੀ।
ਜੀ ਬਿਲਕੁਲ ਪਰਮਿੰਦਰ ਜੀ ਤੁਸੀਂ ਕਿਹਾ, ਪਰ ਸੋਚਣਾ ਤਾਂ ਲੋਕਾਂ ਨੂੰ ਬਣਦਾ ਕਿ ਸਾਡਾ ਭਲਾ ਕਿਵੇਂ ਹੋਊਗਾ, ਅਸੀਂ ਕਿਵੇਂ ਬਚਾਅ ਕਰ ਸਕੀਏ ਇਹਨਾਂ ਵੰਡ ਪਾਓ ਰਾਜਨੀਤੀਆਂ ਤੋਂ ਤੇ ਵੰਡਣ ਵਾਲੀ ਨੀਤੀਆਂ। ਸ਼ੁਕਰੀਆ ਪਰਮਿੰਦਰ ਜੀ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਜੋ ਪਿਛਲੇ ਦਿਨੀ ਘਟਨਾਕ੍ਰਮ ਵਾਪਰਿਆ ਉਸ ਦੇ ਪਿੱਛੇ ਕੀ ਹੈ, ਕਿਹੜੀਆਂ ਸਾਜ਼ਿਸ਼ਾਂ ਨੇ ਜੋ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ, ਅੰਦੋਲਨ ਨੂੰ ਵੰਡਣਾ ਚਾਹੁੰਦੀਆਂ ਨੇ। ਬੀਜੇਪੀ ਹਕੂਮਤ ਲਗਾਤਾਰ ਸ਼ੁਰੂ ਤੋਂ ਹੀ ਜਦੋਂ ਅੰਦੋਲਨ ਸ਼ੁਰੂ ਹੋਇਆ ਖਾਲਿਸਤਾਨੀ ਪਾਕਿਸਤਾਨੀ ਚੀਨ ਤੋਂ ਫੰਡਿੰਗ ਆਉਂਦੀ ਹੈ, ਇਹੋ ਜਿਹੀ ਗੱਲਾਂ ਕਹਿ ਕੇ ਬਦਨਾਮ ਕਰਦੀ ਰਹੀ ਅੰਦੋਲਨ ਨੂੰ। ਤੇ ਹੁਣ ਜੋ ਸੂਬੇ ਦੀਆਂ ਸਿਆਸਤਾਂ ਨੇ ਜਿਹਨੂੰ ਲੱਗਦਾ ਕਿ ਸਾਡਾ ਰਹਿਣਾ ਸੂਬਿਆਂ ਦੇ ਵਿੱਚ ਅੰਦੋਲਨ ਨੇ ਔਖਾ ਕਰਤਾ, ਉਹ ਵੀ ਵੰਡਣ ਦੇ ਰਾਹ ਤੁਰ ਪਈਆਂ। ਜਿਵੇਂ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਨਿਹੰਗਾਂ ਨੇ ਇੱਕ ਦਲਿਤ ਮਾਰਤਾ, ਯਾਨੀ ਕਿ ਉਹੀ ਗੱਲ ਕਿ ਵੰਡਣ ਦੀ ਰਾਜਨੀਤੀਆਂ ਕਰਦੀਆਂ ਨੇ ਕਿ ਅੰਦੋਲਨ ਕਿਵੇਂ ਕਮਜ਼ੋਰ ਪਵੇ ਤਾਂ ਜੋ ਅਸੀਂ ਲੋਕਾਂ ਦੇ ਵਿੱਚ ਮੂਰਖ ਬਣਾਉਣ, ਲੋਕਾਂ ਨੂੰ ਦੇ ਵਿੱਚ ਅਸੀਂ ਵਿਚਰ ਸਕੀਏ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ 'ਚ। ਧੰਨਵਾਦ।